ਇਹਦੇ ਦੌਰਾਨ ਇਸ ਅੰਦੋਲਨ ਦੇ ਦੌਰਾਨ ਲਗਭਗ 750 ਤੋਂ ਵੱਧ ਜਿਹੜੇ ਕਿਸਾਨ ਜਿਹੜੇ ਉਹ ਸ਼ਹੀਦ ਹੋ ਗਏ। ਤਾਂ ਲੋਕਾਂ ਦਾ ਬਹੁਤ ਵੱਡਾ ਇੱਕ ਦਬਾਅ ਸੀ ਇੱਥੇ ਕਿ ਵੀ ਇਹ ਪਾਰਟੀਆਂ ਜਿਹੜੀਆਂ ਜਦੋਂ ਮਰਜ਼ੀ ਜਦੋਂ ਚਾਹੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਖੜੇ ਕਰ ਲੈਂਦੀਆਂ ਤੇ 2 ਨੰਬਰ ਦੇ ਧੰਦੇ ਕਰਕੇ ਸਿਰਫ ਪ੍ਰਾਪਰਟੀਆਂ ਤੇ ਵੱਡੀਆਂ ਵੱਡੀਆਂ ਐਸੋ ਰਿਸ਼ਵਤ ਦੀਆਂ ਚੀਜ਼ਾਂ ਖਰੀਦੇ। ਇਹ ਸਿਆਸਤ ਦਾ ਜਿਹੜਾ ਉਹ ਮਨੋਰਥ ਨਹੀਂ ਹੈ। ਇਸ ਨੂੰ ਰੋਕਣ ਲਈ ਇੱਕ ਨਵੀਂ ਦਿਸ਼ਾ ਦੇਣ ਲਈ ਇਹ ਸੰਯੁਕਤ ਸਮਾਜ ਮੋਰਚਾ ਜਿਹੜਾ ਉਹ ਗਠਨ ਹੋਇਆ। ਇਹ ਪੰਜਾਬ ਲਈ, ਕਿਸਾਨਾਂ ਲਈ ਨਹੀਂ, ਆਮ ਲੋਕਾਂ ਲਈ, ਛੋਟੇ ਦੁਕਾਨਦਾਰਾਂ ਲਈ ਬਹੁਤ ਘਾਤਕ ਸਾਬਤ ਹੋਣਗੇ। ਸਾਨੂੰ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਤੇ ਇਕੱਲੇ ਅੱਧੇ ਕਿਸਾਨ ਨਹੀਂ, ਸਾਰੇ ਕਿਸਾਨ ਹੀ ਅਸਲੀ ਮੋਦੀ ਸਾਹਿਬ ਦਾ ਵਿਰੋਧ ਕਰ ਰਹੇ। ਸੰਯੁਕਤ ਸਮਾਜ ਮੋਰਚਾ ਵੀ ਮੋਦੀ ਸਾਹਿਬ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਿਹਾ। ਪ੍ਰਾਈਵੇਟ ਤੌਰ 'ਤੇ ਜਿਹੜਾ ਨਿੱਜੀ ਕਰਨ ਵਾਲੇ ਹਸਪਤਾਲ ਆ ਉਹਨਾਂ ਦਾ ਇਲਾਜ ਇੰਨਾ ਮਹਿੰਗਾ ਹੈ, ਗਰੀਬ ਆਦਮੀ ਦਾ ਕੀ ਚੰਗਾ ਭਲਾ ਮਿਡਲ ਕਲਾਸ ਵੀ ਉਸ ਹਸਪਤਾਲ 'ਚ ਜਾਣ ਲੱਗਾ ਡਰਦਾ ਕਿ ਉੱਥੇ ਇੰਨਾ ਜ਼ਿਆਦਾ ਖਰਚਾ ਹੈ, ਮੈਂ ਕਰਵਾ ਨਹੀਂ ਸਕਦਾ। ਬਹੁਤ ਵੱਡੀਆਂ ਸਮੱਸਿਆਵਾਂ 'ਚ ਘਿਰ ਗਿਆ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਬਰਿੰਦਰ ਤੇ ਤੁਸੀਂ ਦੇਖ ਰਹੇ ਹੋ ਕਪੂਰਥਲਾ ਨਿਊਜ਼। ਮੌਜੂਦ ਹਾਂ ਹਲਕਾ ਕਪੂਰਥਲਾ ਦੇ ਵਿੱਚ, ਜਿੱਥੇ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਸੰਯੁਕਤ ਸਮਾਜ ਮੋਰਚਾ ਤੋਂ ਕੁਲਵੰਤ ਸਿੰਘ ਜੋਸ਼ਨ ਜੀ। ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਸਰ, ਕਿਸਾਨ ਆਗੂ ਕਿਸਾਨ ਪਾਰਟੀ ਬਣਾਉਂਦੇ ਨੇ, ਕਿਸਾਨ ਪਾਰਟੀ ਬਣਾਉਣ ਤੋਂ ਬਾਅਦ ਤੁਹਾਡਾ ਚੋਣ ਲੜਨ ਦਾ ਜਿਹੜਾ ਮੋਟਿਵ ਉਹ ਕਿਸ ਤਰ੍ਹਾਂ ਪਿਆ? ਐਕਚੁਅਲੀ ਕੀ ਆ ਕਿ ਜਦੋਂ 1.5 ਸਾਲ ਪਹਿਲਾਂ ਅਸੀਂ ਇਸ ਅੰਦੋਲਨ 'ਚ ਸ਼ਾਮਲ ਹੋਏ ਸੀ, ਉਸ ਵੇਲੇ ਕਿਸੇ ਦਾ ਵੀ ਕੋਈ ਚੋਣਾਂ ਦੀ ਗੱਲ ਤਾਂ ਸੁਪਨੇ ਵਿੱਚ ਵੀ ਨਹੀਂ ਕਿਸੇ ਨੇ ਸੋਚੀ ਵੀ ਕੋਈ ਕਿਸਾਨ ਅੰਦੋਲਨ ਦੇ ਵਿੱਚੋਂ ਕੋਈ ਸਿਆਸੀ ਪਾਰਟੀ ਜਾਂ ਸਿਆਸੀ ਵਿੰਗ ਨਿਕਲੂਗਾ। ਉਸ ਵੇਲੇ ਇੱਕ ਜੰਗ ਦਾ ਮੈਦਾਨ ਸੀ। ਆਰਡੀਨੈਂਸ ਦੇ ਰੂਪ 'ਚ ਲੋਕ ਵਿਰੋਧੀ 3 ਜਿਹੜੇ ਕਾਨੂੰਨ ਆਏ ਅਤੇ ਉਹ ਕਾਨੂੰਨ ਦਾ ਰੂਪ ਧਾਰ ਗਏ। ਉਹਦੇ ਖਿਲਾਫ ਜੰਗ ਸ਼ੁਰੂ ਹੋਈ, ਅੰਦੋਲਨ ਸ਼ੁਰੂ ਹੋਇਆ ਅਤੇ ਅਸੀਂ ਸਾਰਿਆਂ ਨੇ ਉਹਦੇ ਵਿੱਚ ਸਰਗਰਮੀ ਨਾਲ ਹਿੱਸਾ ਪਾਇਆ ਅਤੇ ਸਾਲ ਸਵਾ ਸਾਲ ਚੱਲਿਆ। ਬੜੀਆਂ ਤਕਲੀਫਾਂ ਚੱਲੀਆਂ ਪੰਜਾਬ ਦੇ, ਭਾਰਤ ਦੇ ਲੋਕਾਂ ਨੇ ਇਸ ਖੇਤੀ ਦੇ ਜਿਹੜੇ ਕਾਨੂੰਨ ਸੀ, ਲੋਕ ਵਿਰੋਧੀ ਕਾਨੂੰਨ ਸੀ, ਉਹਨਾਂ ਨੂੰ ਵਾਪਸ ਕਰਾਉਣ ਦੇ ਵਿੱਚ ਆਖਰ ਉਹ ਜਿਹੜਾ 19 ਨਵੰਬਰ ਨੂੰ ਮੋਦੀ ਸਾਹਿਬ ਨੇ ਉਹਨਾਂ ਕਾਨੂੰਨਾਂ ਨੂੰ ਵਾਪਸ ਵੀ ਲਿਆ ਅਤੇ ਨਾਲ ਉਹਦੀ ਮਾਫੀ ਵੀ ਮੰਗੀ। ਇਹਦੇ ਦੌਰਾਨ, ਇਸ ਅੰਦੋਲਨ ਦੇ ਦੌਰਾਨ ਲਗਭਗ 750 ਤੋਂ ਵੱਧ ਜਿਹੜੇ ਕਿਸਾਨ ਜਿਹੜੇ ਉਹ ਸ਼ਹੀਦ ਹੋ ਗਏ ਔਰ ਹਜ਼ਾਰਾਂ ਕਰੋੜਾਂ ਦਾ ਲੋਕਾਂ ਦਾ ਨੁਕਸਾਨ ਹੋਇਆ। ਗੱਡੀਆਂ ਟੁੱਟੀਆਂ, ਪਰਚੇ ਹੋਏ ਲੋਕਾਂ 'ਤੇ, ਬੜਾ ਵੱਡਾ ਨੁਕਸਾਨ ਹੋਇਆ ਔਰ ਲੋਕਾਂ ਦਾ ਬੜਾ ਟਾਈਮ ਵੇਸਟ ਵੀ ਹੋਇਆ। ਉੱਥੇ ਠੰਡ ਦੇ ਵਿੱਚ, ਧੁੱਪ ਦੇ ਵਿੱਚ, ਬਾਰਿਸ਼ਾਂ ਦੇ ਵਿੱਚ ਜਿਹੜਾ ਲੋਕ ਅੰਦੋਲਨ ਲੜਦੇ ਰਹੇ। ਪੂਰੇ ਭਾਰਤ ਵਰਸ਼ ਦੇ ਲੋਕ ਜਿਹੜੇ ਆ ਇਸ ਅੰਦੋਲਨ ਵਿੱਚ ਸ਼ਾਮਲ ਸੀ। ਜਦੋਂ ਇਹ ਵਾਪਸ ਇੱਥੇ ਪਹੁੰਚੇ ਆ ਅੰਦੋਲਨ ਜਿੱਤਣ ਤੋਂ ਬਾਅਦ, ਇਹ ਜਿਹੜੇ ਲੋਕ ਵਿਰੋਧੀ 3 ਕਾਨੂੰਨ ਸੀ ਉਹ ਵਾਪਸ ਹੋਣ ਤੋਂ ਬਾਅਦ, ਤਾਂ ਲੋਕਾਂ ਦਾ ਬਹੁਤ ਵੱਡਾ ਇੱਕ ਦਬਾਅ ਸੀ ਇੱਥੇ ਕਿ ਵੀ ਇਹ ਪਾਰਟੀਆਂ ਜਿਹੜੀਆਂ ਜਦੋਂ ਮਰਜ਼ੀ ਜਦੋਂ ਚਾਹੇ ਕੋਈ ਇਸ ਤਰ੍ਹਾਂ ਦੇ ਕਾਨੂੰਨ ਖੜੇ ਕਰ ਲੈਂਦੀਆਂ ਜਿਹੜੇ ਲੋਕ ਵਿਰੋਧੀ ਹੁੰਦੇ ਆ ਜਾਂ ਲੋਕਾਂ ਨੂੰ ਜਿਹੜਾ ਨੁਕਸਾਨ ਪਹੁੰਚਾਉਂਦੇ ਆ ਔਰ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਆ ਉਹ ਪੱਖ ਪੂਰਦੇ ਆ। ਕਿਉਂ ਨਾ ਇੱਕ ਸਿਆਸੀ ਵਿੰਗ ਜਿਹੜਾ ਉਹ ਜਿਹੜਾ ਕਿਸਾਨ ਜਥੇਬੰਦੀਆਂ ਦਾ ਵੀ ਹੋਣਾ ਚਾਹੀਦਾ। ਔਰ ਲੋਕਾਂ ਦੇ ਭਾਰੀ ਦਬਾਅ ਦੇ ਹੇਠ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਜਿਹੜਾ ਗਠਨ ਕੀਤਾ ਰਾਜੇਵਾਲ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ। ਰਾਜੇਵਾਲ ਸਾਹਿਬ ਬਲਵੀਰ ਸਿੰਘ ਜੀ ਰਾਜੇਵਾਲ ਸਾਡੇ ਜਿਹੜੇ ਉਹ ਮੁੱਖ ਚਿਹਰੇ ਨੇ ਸੰਯੁਕਤ ਸਮਾਜ ਮੋਰਚੇ ਦੇ। ਔਰ ਸਾਡਾ ਮਕਸਦ ਜਿਹੜਾ ਆ ਸਿਆਸੀ ਵਿੰਗ ਖੜੇ ਕਰਨ ਦਾ ਜਾਂ ਸੰਯੁਕਤ ਸਮਾਜ ਮੋਰਚੇ ਵੱਲੋਂ ਇਲੈਕਸ਼ਨਾਂ ਲੜਨ ਦਾ, ਉਹ ਲੋਕਾਂ ਨੂੰ ਜਿਹੜੀ ਸਿਆਸਤ ਗੰਦਲੀ ਹੋ ਚੁੱਕੀ ਆ, ਜਿਹੜੀ ਸਿਆਸਤ ਇੱਕ ਧੰਦਾ ਬਣ ਚੁੱਕੀ ਆ, ਇੱਕ ਵਪਾਰ ਬਣ ਚੁੱਕੀ ਆ, ਉਸ ਨੂੰ ਦੁਬਾਰਾ ਸੇਵਾ ਵਾਲੇ ਖੇਤਰ ਵਿੱਚ ਲਿਆਉਣ ਲਈ ਇੱਕ ਯਤਨ ਆ ਕਿ ਇਸ ਖੇਤਰ ਦੇ ਵਿੱਚ ਸਿਰਫ ਸੇਵਾ ਕਰਨ ਵਾਲੇ ਲੋਕ ਹੀ ਸ਼ਾਮਲ ਹੋਣ। ਨਾ ਕਿ ਇੱਕ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਲੋਕਾਂ ਨੂੰ ਆਮ ਇੱਕ ਚਰਚਾ ਹੋ ਗਈ ਆ ਕਿ ਜਿਹੜੇ ਸਿਆਸੀ ਲੋਕ ਆ ਉਹ ਸਾਰੇ ਚੋਰ ਕਿਸਮ ਦੇ ਲੋਕ ਹੀ ਹੁੰਦੇ ਆ ਜਾਂ ਸਿਆਸਤ ਉਹੀ ਲੋਕ ਕਰਦੇ ਆ ਜਿਹੜੇ ਠੱਗ ਕਿਸਮ ਦੇ ਜਾਂ ਧੰਦਾ ਕਰਨ ਵਾਲੇ ਲੋਕ ਹੀ ਹੁੰਦੇ ਆ, ਜਦ ਕਿ ਇਹ ਇੱਕ ਕੋਰਾ ਝੂਠ ਹੈ। ਸਿਆਸਤ ਲੋਕਾਂ ਦੀ ਸੇਵਾ ਕਰਨ ਲਈ ਹੈ। ਜਿਹੜਾ ਕੰਮ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ, ਅਸੀਂ ਉਸਨੂੰ ਆਪਣੀਆਂ ਵੋਟਾਂ ਪਾ ਕੇ ਇੱਕ ਨੁਮਾਇੰਦਾ ਚੁਣਦੇ ਹਾਂ ਕਿ ਸਾਡੀਆਂ ਸਮੱਸਿਆਵਾਂ ਸਮਾਜ ਦੀਆਂ, ਸਾਡੇ ਆਲੇ ਦੁਆਲੇ ਦੀਆਂ, ਉਹ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਹ ਜਿਹੜਾ ਵਿਧਾਨ ਸਭਾ 'ਚ ਜਾਂ ਕਿਤੇ ਹੋਰ ਸਰਕਾਰੀ ਦਰਬਾਰੇ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇ। ਉਹਦਾ ਕੰਮ ਇਹ ਨਹੀਂ ਕਿ ਆਪਣੀ ਤਾਕਤ ਨੂੰ ਵਰਤ ਕੇ ਆਪਣੇ ਕਾਰੋਬਾਰ ਨੂੰ ਵਧਾਵੇ ਅਤੇ 2 ਨੰਬਰ ਦੇ ਧੰਦੇ ਕਰਕੇ ਸਿਰਫ ਪ੍ਰਾਪਰਟੀਆਂ ਅਤੇ ਵੱਡੀਆਂ ਵੱਡੀਆਂ ਐਸੋ ਇਸ਼ਰਤ ਦੀਆਂ ਚੀਜ਼ਾਂ ਖਰੀਦੇ। ਇਹ ਸਿਆਸਤ ਦਾ ਜਿਹੜਾ ਉਹ ਮਨੋਰਥ ਨਹੀਂ ਹੈ। ਇਸ ਨੂੰ ਰੋਕਣ ਲਈ, ਇੱਕ ਨਵੀਂ ਦਿਸ਼ਾ ਦੇਣ ਲਈ ਇਹ ਸੰਯੁਕਤ ਸਮਾਜ ਮੋਰਚੇ ਦਾ ਜਿਹੜਾ ਉਹ ਗਠਨ ਹੋਇਆ ਔਰ ਸਾਡਾ ਯਤਨ ਆ ਜੇ ਅਸੀਂ ਸ਼ਾਮਲ ਹੋਏ ਹਾਂ। ਜਾਂ ਜਿਸ ਤਰ੍ਹਾਂ ਕਹਿੰਦੇ ਕਿ ਲੋਕ ਵੀ ਇਹ ਟਿਕਟਾਂ ਲੈਣ ਦੀ ਗੱਲ ਹੁੰਦੀ ਆ, ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਇਹ ਗੱਲ ਚਰਚਾ ਚੱਲ ਰਹੀ ਸੀ ਕਿ ਵੀ ਕਪੂਰਥਲੇ ਤੋਂ ਇਲੈਕਸ਼ਨ ਲੜਨ ਦੀ, ਤਾਂ ਯਕੀਨ ਕਰਿਓ ਕਿ ਮੈਨੂੰ ਜਿਹੜੇ ਸੱਜਣ ਨਾਲ ਲੈ ਕੇ ਗਏ ਉਹਨਾਂ ਨੇ ਫਾਰਮ ਵੀ ਮੇਰਾ ਉਹਨਾਂ ਨੇ ਭਰਿਆ, ਸਿਰਫ ਮੈਂ ਸਿਗਨੇਚਰ ਕੀਤੇ ਅਤੇ ਇੱਕ ਮੇਰੀ ਕੋਈ ਸਿਫਾਰਿਸ਼ ਨਹੀਂ ਹੈ। ਮੈਂ ਕਿਸੇ ਨਾਲ ਯਤਨ ਨਹੀਂ ਕੀਤਾ। ਮੇਰੀ ਬਾਰੇ ਉਹਨਾਂ ਨੇ ਪੁੱਛ-ਗਿੱਛ ਜ਼ਰੂਰ ਕੀਤੀ ਆ, ਮੇਰੇ ਕੋਲੋਂ ਵੀ ਜਾਂ ਆਲੇ ਦੁਆਲੇ ਤੋਂ ਵੀ, ਪਰ ਮੈਂ ਇਹ ਤੁਹਾਨੂੰ ਦੱਸਾਂ ਵੀ ਮੈਂ ਇੱਕ ਵਾਰੀ ਵੀ ਕਿਸੇ ਦੀ ਸਿਫਾਰਿਸ਼ ਨਹੀਂ ਕੀਤੀ। ਉਹਨਾਂ ਨੇ ਮੈਰਿਟ ਦੇ ਆਧਾਰ 'ਤੇ ਮੈਨੂੰ ਇਹ ਗੱਲ ਜਿੱਦਾਂ ਹੁਕਮ ਲਾਇਆ
ਵੀ ਮਾੜੇ ਮੋਟ ਮੈਂ ਸੋਚਦਾ ਸੀ ਵੀ ਇਲੈਕਸ਼ਨ ਲੜਨੀ ਵੱਡਾ ਕੰਮ ਹੁੰਦਾ, ਕਿਉਂਕਿ ਸਰਮਾਏਦਾਰ ਪਾਰਟੀਆਂ ਕਾਂਗਰਸ, BJP, ਅਕਾਲੀ ਦਲ ਅਤੇ ਆਪ ਪਾਰਟੀਆਂ, ਇਹਨਾਂ ਦੇ ਕਰੋੜਾਂ ਰੁਪਏ ਦੇ ਫੰਡ ਆਉਂਦੇ ਆ। ਅਤੇ ਜਦੋਂ ਤੁਸੀਂ ਮਜ਼ਦੂਰਾਂ ਅਤੇ ਕਿਸਾਨਾਂ ਵੱਲੋਂ ਲੜਨਾ ਅਤੇ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਕਿੰਨੇ ਸਾਧਨਾਂ ਦੀ ਲੋੜ ਹੁੰਦੀ ਹੈ। ਪਰ ਮੈਂ ਆਪਣੇ ਦੋਸਤਾਂ ਮਿੱਤਰਾਂ ਅਤੇ ਪਰਿਵਾਰ ਨਾਲ ਸਲਾਹ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਮੈਂ ਜਿਹੜੀ ਇਲੈਕਸ਼ਨ ਆ ਲੋਕਾਂ ਲਈ, ਲੋਕਾਂ ਵੱਲੋਂ, ਲੋਕਾਂ ਦੇ ਸਹਿਯੋਗ ਨਾਲ ਲੜਾਂਗਾ। ਮੇਰਾ ਇਹਦੇ ਵਿੱਚ ਕੋਈ ਇੱਦਾਂ ਦਾ ਆਪਣਾ ਨਹੀਂ ਹੋਊਗਾ ਵੀ ਮੈਂ ਸਮਝਦਾ ਕਿ ਮੈਂ ਬੜਾ ਮਹਾਰਥੀ ਹਾਂ। ਮੈਂ ਸੇਵਾ ਭਾਵਨਾ ਨਾਲ ਇਸ ਇਲੈਕਸ਼ਨ ਨੂੰ ਲੜ ਰਿਹਾ ਅਤੇ ਮੈਂ ਇੱਕ ਵਾਅਦਾ ਵੀ ਕਰਦਾ ਕਿ ਮੈਂ ਜੋ ਤੁਸੀਂ ਮੇਰੇ 'ਤੇ ਭਰੋਸਾ ਪ੍ਰਗਟਾਓਗੇ ਅਤੇ ਮੈਂ ਤੁਹਾਨੂੰ ਉਸ ਭਰੋਸੇ ਦਾ ਪੂਰਾ ਜਿਹੜਾ ਆ ਉਹ ਮੋੜੂੰਗਾ। ਤਾਂ ਮੈਂ ਇਹੀ ਮੇਰਾ ਮਕਸਦ ਸੀ ਚੋਣ ਲੜਨ ਦਾ। ਸਰ, ਜਿਸ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਜੇ ਗੱਲ ਕਰੀਏ, ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ, ਉਸ ਟਾਈਮ ਹਰ ਇੱਕ ਜਾਤੀ ਧਰਮ ਦੇ ਲੋਕ ਜਿਹੜੇ ਮੋਰਚੇ ਦੇ ਨਾਲ ਜੁੜ ਰਹੇ ਸੀ। ਪਰ ਜਦੋਂ ਕਿਸਾਨੀ ਮੋਰਚਾ ਇਸ ਪਾਰਟੀ ਵੱਲ ਨੂੰ ਆਉਂਦਾ, ਫਿਰ ਧੜੇ ਕਿਉਂ ਬਣਨ ਲੱਗ ਗਏ? ਨਹੀਂ, ਇਸ ਤਰ੍ਹਾਂ ਦਾ ਕੋਈ ਧੜਾ ਨਹੀਂ ਬਣਿਆ। ਪਹਿਲੀ ਗੱਲ ਤਾਂ ਜੇ ਗੱਲ ਕਰੀਏ ਤਾਂ ਚੜੂਨੀ ਸਾਹਿਬ ਨੂੰ 10 ਜਿਹੜੀਆਂ ਸੀਟਾਂ ਉਹ ਹਲਕਾ ਆਪਣੇ ਪੰਜਾਬ ਦੇ ਵਿੱਚੋਂ ਮਿਲੀਆਂ ਨੇ, ਪਰ ਜਦੋਂ ਰਾਜੇਵਾਲ ਸਾਹਿਬ ਨੇ ਉਹ ਅਲੱਗ ਚੋਣਾਂ ਲੜਨੇ ਨੇ। ਇਸ ਬਾਰੇ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਇਸ ਤਰ੍ਹਾਂ ਕਿਉਂ ਹੋਇਆ? ਇਸ ਤਰ੍ਹਾਂ ਜੀ, ਦੇਖੋ, ਜਦੋਂ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਸੀਗੀਆਂ। ਪੰਜਾਬ ਦੀਆਂ 32 ਜਥੇਬੰਦੀਆਂ ਸੀ, ਹਰਿਆਣੇ ਦੀਆਂ ਜਥੇਬੰਦੀਆਂ ਸੀ, ਯੂਪੀ ਦੀਆਂ ਜਥੇਬੰਦੀਆਂ ਸੀ। ਉਹ ਸਾਰੀਆਂ ਇਕੱਠੀਆਂ ਹੋ ਕੇ, ਖਾਸ ਕਰਕੇ ਪੰਜਾਬ ਦੀਆਂ ਜਥੇਬੰਦੀਆਂ 32 ਜਥੇਬੰਦੀਆਂ ਨੇ ਰਲ ਕੇ ਅਤੇ ਦੂਜੀਆਂ ਜਥੇਬੰਦੀਆਂ ਨੂੰ ਲਾ ਕੇ ਇੱਕ ਸੰਯੁਕਤ ਕਿਸਾਨ ਮੋਰਚੇ ਦਾ ਗਠਨ ਕੀਤਾ। ਅਤੇ ਉਸ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਦੇ ਉੱਤੋਂ ਹੀ ਇਹ ਜਿਹੜਾ ਸਾਰਾ ਅੰਦੋਲਨ ਲੜਿਆ ਗਿਆ। ਪਹਿਲਾਂ ਵੀ ਪਾਰਟੀਆਂ ਅਲੱਗ-ਅਲੱਗ ਤੌਰ 'ਤੇ ਹੀ ਕੰਮ ਕਰਦੀਆਂ ਸੀ। ਚੜੂਨੀ ਸਾਹਿਬ ਨੇ ਅੰਦੋਲਨ ਦੇ ਦੌਰਾਨ ਹੀ ਇਹ ਗੱਲ ਕਹਿ ਦਿੱਤੀ ਕਿ ਅਸੀਂ ਪੰਜਾਬ ਦੀਆਂ ਚੋਣਾਂ ਲੜਾਂਗੇ, ਜਦ ਕਿ ਉਸ ਵੇਲੇ ਕੋਈ ਵੀ ਇਸ ਗੱਲ ਲਈ ਤਿਆਰ ਨਹੀਂ ਸੀ। ਵੀ ਕਿਉਂਕਿ ਜੇ ਅਸੀਂ ਉਸ ਵੇਲੇ ਸਿਆਸੀ ਆਪਣਾ ਜਿਹੜਾ ਵਿੰਗ ਖੜ੍ਹਾ ਕਰਦੇ ਜਾਂ ਚੋਣਾਂ ਲੜਨ ਦੀ ਗੱਲ ਕਰਦੇ ਤਾਂ ਸਾਡਾ ਅੰਦੋਲਨ ਕਮਜ਼ੋਰ ਹੁੰਦਾ ਸੀ। ਇਸ ਕਰਕੇ ਇਹਨਾਂ ਨੇ ਇਕੱਲਿਆਂ ਨੇ ਪਹਿਲਾਂ ਤੋਂ ਹੀ ਜਿਹੜੀ ਉਹ ਆਪਣੀ ਜਿਹੜੀ ਆ ਮੁਹਿੰਮ ਜਿਹੜੀ ਸੀ ਚੋਣਾਂ ਦੀ ਉਹ ਸ਼ੁਰੂ ਕਰ ਦਿੱਤੀ ਸੀ ਪੰਜਾਬ ਦੇ ਵਿੱਚ। ਅਤੇ ਜਦੋਂ ਰਾਜੇਵਾਲ ਸਾਹਿਬ ਅਤੇ ਜਾਂ ਦੂਜੀਆਂ 22 ਜਥੇਬੰਦੀਆਂ ਨੇ ਇਕੱਠਿਆਂ ਹੋ ਕੇ ਇਲੈਕਸ਼ਨ ਲੜਨ ਦਾ ਮਨ ਬਣਾਇਆ, ਤਾਂ ਉਸ ਵੇਲੇ ਫਿਰ ਇੱਕ ਫੈਸਲਾ ਹੋਇਆ, ਹੋਰ ਜਥੇਬੰਦੀਆਂ ਵੀ ਨਾਲ ਰਲੀਆਂ ਅਤੇ ਚੜੂਨੀ ਸਾਹਿਬ ਵੀ ਇਸ ਵਿੱਚ ਸ਼ਾਮਲ ਹੋ ਗਏ। ਔਰ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਹੱਕ ਬਣਦਾ ਸੀ ਉਹਨਾਂ ਨੂੰ 10 ਸੀਟਾਂ ਦਿੱਤੀਆਂ। ਕੋਈ ਧੜੇ ਵਾਲੀ ਕੋਈ ਗੱਲ ਨਹੀਂ, ਸਾਰੇ ਇੱਕਦਮ ਸਾਰੇ ਇਕੱਠੇ ਆ। ਜੇ ਗੱਲ ਕਰੀਏ ਕਿਸਾਨੀ ਦੀ ਗੱਲ ਕਰਦੇ ਹਾਂ ਅਤੇ ਕਿਸਾਨ ਦੀ ਗੱਲ ਕਰਦੇ ਹਾਂ, ਤੁਸੀਂ ਲੰਬਾ ਸਮਾਂ ਅਕਾਲੀ ਦਲ ਦੇ ਵਿੱਚ ਰਹੇ ਹੋ। ਆਖਰਕਾਰ ਫਿਰ ਕਿਸਾਨੀ ਮੋਰਚੇ ਨੂੰ ਜਾਂ ਕਿਸਾਨ ਸੰਯੁਕਤ ਮੋਰਚੇ ਨੂੰ ਜਿਹੜੀ ਲੋੜ ਕਿਉਂ ਪੈ ਗਈ ਇੱਕ ਆਗੂ ਦੀ, ਅਕਾਲੀ ਆਗੂ ਦੀ, ਕਿ ਇੱਥੋਂ ਚੋਣ ਲੜਾਉਣ ਦੀ? ਦੇਖੋ, ਸਿਆਸਤ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਆ। ਇੱਕ ਲੋਕ ਸਿਆਸਤ ਵਿੱਚ ਸ਼ਾਮਲ ਹੁੰਦੇ ਮੈਂ ਲੋਕਾਂ ਦੀ ਸੇਵਾ ਕਰਨੀ। ਇੱਕ ਲੋਕ ਇਸ ਕਰਕੇ ਆਉਂਦੇ ਆ ਕਿ ਮੈਂ ਜਿਹੜਾ ਆ ਉਹ ਇਹਦੇ ਨੂੰ ਇੱਕ ਧੰਦਾ ਬਣਾਉਣਾ, ਇੱਕ ਤਾਕਤ ਹਾਸਲ ਕਰਨੀ ਆ ਅਤੇ ਸਰਕਾਰੀ ਦਰਬਾਰੇ ਅਤੇ ਹੋਰ ਤਰ੍ਹਾਂ ਆਪਣੇ ਰੋਹਬ ਨੂੰ ਵਰਤ ਕੇ ਆਪਣੀਆਂ ਕਮਾਈਆਂ ਕਰਨੀਆਂ। ਅਤੇ ਇਹ ਦੋ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ ਬਰਾਬਰ ਚੱਲ ਰਿਹਾ, ਪਾਰਟੀ ਉਹ ਕਿਸੇ 'ਚ ਵੀ ਹੋਣ। ਮੇਰੀ ਸ਼ੁਰੂਆਤ ਜਿਹੜੀ ਉਹ ਕਿਸਾਨ ਯੂਨੀਅਨ ਤੋਂ ਹੀ ਹੋਈ ਆ। ਮੈਂ ਕਿਸਾਨਾਂ ਦੇ ਨਾਲ ਕੰਮ ਕੀਤਾ, ਮਜ਼ਦੂਰਾਂ ਦੇ ਨਾਲ ਕੰਮ ਕੀਤਾ। ਇੱਕ ਵੱਡੇ ਪਲੇਟਫਾਰਮ ਦੇ ਕਰਕੇ ਮੈਂ ਥੋੜ੍ਹਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਔਰ ਉੱਥੇ ਵੀ ਮੈਂ ਜਿਹੜੀ ਆ ਉਹ ਸੇਵਾ ਹੀ ਕੀਤੀ। ਮੈਂ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਵੀ ਜਿੰਨਾ ਵੀ ਮੈਂ ਸਿਆਸਤ ਨੂੰ ਆਪਦੇ ਧੰਦੇ ਲਈ ਜਾਂ ਆਪਣੇ ਕਾਰੋਬਾਰ ਲਈ ਵਰਤਿਆ ਹੋਵੇ। ਮੈਂ ਕਾਰੋਬਾਰ ਆਪਣਾ ਅਲੱਗ ਕਰਦਾ ਰਿਹਾ ਅਤੇ ਸਿਆਸਤ ਦੇ ਵਿੱਚ ਸੇਵਾ ਜਿਹੜੀ ਆ ਮੈਂ ਆਪਣੇ ਤਨ ਮਨ ਧਨ ਦੇ ਨਾਲ ਇੱਕ ਵੱਖਰੇ ਤੌਰ 'ਤੇ ਕਰਦਾ ਰਿਹਾ। ਅਤੇ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ 1.5 ਸਾਲ ਪਹਿਲਾਂ, ਮੈਨੂੰ ਇਹ ਗੱਲ ਮਹਿਸੂਸ ਹੋਈ ਕਿ ਇਹ ਜਿਹੜਾ ਜੇ ਖੇਤੀ ਦੇ ਲੋਕ ਵਿਰੋਧੀ ਕਾਨੂੰਨ ਆ ਜੇ ਲਾਗੂ ਹੋ ਗਿਆ ਅਤੇ ਇਹ ਪੰਜਾਬ ਲਈ, ਕਿਸਾਨਾਂ ਲਈ ਨਹੀਂ, ਆਮ ਲੋਕਾਂ ਲਈ, ਛੋਟੇ ਦੁਕਾਨਦਾਰਾਂ ਲਈ ਬਹੁਤ ਘਾਤਕ ਸਾਬਤ ਹੋਣਗੇ। ਸਾਨੂੰ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ। ਔਰ ਮੈਂ ਬਾਕਾਇਦਾ ਤੌਰ 'ਤੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿ ਦਿੱਤੀ ਕਿ ਵੀ ਮੈਂ ਅਤੇ ਮੇਰੇ ਸਾਥੀ ਜਿਹੜੇ ਆ ਉਹ ਕਿਸੇ ਵੀ ਸਿਆਸੀ ਸਰਗਰਮੀ ਵਿੱਚ ਕਿਸੇ ਵੀ ਧਿਰ ਦੇ ਨਾਲ ਉਨਾ ਚਿਰ ਖੜ੍ਹੇ ਨਹੀਂ ਹੋਣਗੇ ਜਿੰਨਾ ਚਿਰ ਖੇਤੀ ਦੇ ਜਿਹੜੇ 3 ਲੋਕ ਵਿਰੋਧੀ ਕਾਨੂੰਨ ਆ ਉਹ ਵਾਪਸ ਨਹੀਂ ਲੈ ਜਾਂਦੇ। ਔਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਨਿਭਾਇਆ ਅਤੇ ਅਖੀਰ ਤੱਕ ਅੰਦੋਲਨ ਦੇ ਵਿੱਚ ਸ਼ਾਮਲ ਰਹੇ। ਅੰਦੋਲਨ ਲੱਗਦਾ ਨਹੀਂ ਸੀ ਕਿ ਇੰਨਾ ਲੰਮਾ ਚੱਲ ਜੂਗਾ, ਪਰ ਅਸੀਂ ਜਦੋਂ 1.25 ਸਾਲ ਲੰਘ ਗਿਆ ਫਿਰ ਵੀ ਅਸੀਂ ਅੰਦੋਲਨ ਦੇ ਅਖੀਰਲੇ ਦਮ ਤੱਕ ਅੰਦੋਲਨ ਦੇ ਵਿੱਚ ਸ਼ਾਮਲ ਰਹੇ। ਔਰ ਜਦੋਂ ਰੱਦ ਹੋਏ ਤਾਂ ਫਿਰ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਹੀ ਪ੍ਰੈਸ ਸਟੇਟਮੈਂਟ ਦੇ ਕੇ ਮੈਂ ਗੱਲ ਕਹੀ ਕਿ ਮੈਨੂੰ ਆਪਣੇ ਨਾਲ ਅਤੇ ਆਪਣੇ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਨਿਭਾਉਣ ਦਾ ਗੁਰੂ ਮਹਾਰਾਜ ਨੇ ਬਲ ਬਖਸ਼ਿਆ। ਮੈਂ ਨਿਭਾ ਸਕਿਆ ਔਰ ਅੰਦੋਲਨ ਦੇ ਨਾਲ ਪੂਰਾ ਤਨ ਮਨ ਧਨ ਦੇ ਨਾਲ ਦਿੱਲੀ ਵਿੱਚ ਵੀ ਡਿਊਟੀ ਨਿਭਾਉਂਦਾ ਰਿਹਾ ਔਰ ਕਪੂਰਥਲੇ ਦੇ ਵਿੱਚ ਜਿੰਨੇ ਪ੍ਰੋਗਰਾਮ ਸੀ ਮੈਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਉਹਨੂੰ ਆਰਗੇਨਾਈਜ਼ ਕਰਦਾ ਰਿਹਾ ਔਰ ਸਿਰੇ ਚੜਾਉਂਦਾ ਰਿਹਾ। ਗੱਲ ਕਰੀਏ ਲੰਮਾ ਸਮਾਂ ਤੁਸੀਂ ਸਿਆਸਤ ਦੇ ਨਾਲ ਵੀ ਜੁੜੇ ਰਹੇ ਹੋ, ਹਲਕਾ ਕਪੂਰਥਲੇ ਦੇ ਨਾਲ ਵੀ ਜੁੜੇ ਰਹੇ ਹੋ, ਪਰ ਇੱਥੇ ਜਿਹੜੀ ਸਿਆਸਤ ਹੈ
ਇੱਕ ਜਿਹੜਾ ਹਲਕਾ ਕਪੂਰਥਲਾ ਸਿਰਫ ਇੱਕੇ ਸਿਆਸਤ ਦੇ ਇੱਕੇ ਲੀਡਰ ਦੇ ਦੌਰਾਨ ਹੀ ਨਿਕਲ ਗਿਆ ਵਾ 20 ਸਾਲ ਦਾ, ਤੇ ਕਪੂਰਥਲੇ ਦਾ ਜਿਹੜਾ ਵਿਕਾਸ ਆ ਉਸ ਵਿਕਾਸ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਹੁਣ ਤੱਕ ਕਿੰਨਾ ਵਿਕਾਸ ਹੋ ਗਿਆ ਤੁਹਾਡੇ ਹਿਸਾਬ ਨਾਲ? ਕਪੂਰਥਲਾ ਜੀ ਜਿੱਥੇ ਅੱਜ ਤੋਂ 20 ਸਾਲ ਪਹਿਲਾਂ ਖੜਾ ਸੀ ਉੱਥੇ ਹੀ ਖੜਾ ਹੈ, ਸਿਵਾਏ ਥੋੜ੍ਹੀਆਂ ਬਹੁਤੀਆਂ ਗਲੀਆਂ ਨਾਲੀਆਂ ਬਣਾਉਣ ਤੋਂ ਇਲਾਵਾ ਕੋਈ ਵਰਣਨਯੋਗ ਕੰਮ ਕਪੂਰਥਲੇ ਦਾ ਕੋਈ ਨਹੀਂ ਹੋਇਆ। ਬੜੀਆਂ ਵੱਡੀਆਂ ਸਮੱਸਿਆਵਾਂ, ਜੇ ਤਾਂ ਸਮਾਜਿਕ ਸਮੱਸਿਆਵਾਂ ਨੂੰ ਲਈਏ, ਨਸ਼ਿਆਂ ਦੀ, ਬੇਰੁਜ਼ਗਾਰੀ ਦੀ, ਸਿਹਤ ਸੁਵਿਧਾਵਾਂ ਦੀ, ਐਜੂਕੇਸ਼ਨ ਦਾ ਬਹੁਤ ਮਾੜਾ ਹਾਲ ਆ। ਜੇ ਤੁਸੀਂ ਉੱਦਾਂ ਇਨਫਰਾਸਟਰਕਚਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਟ੍ਰੈਫਿਕ ਦਾ ਇੰਨਾ ਮਾੜਾ ਹਾਲ ਆ ਵੀ ਮੈਂ ਸਮਝਦਾ ਕਿ ਤੁਸੀਂ ਇੱਥੋਂ ਗੱਡੀ ਲੈ ਕੇ ਬੱਸ ਸਟੈਂਡ ਤੱਕ ਜਾਣਾ ਹੋਵੇ ਤੁਹਾਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ। ਇਸ ਨੂੰ ਕਪੂਰਥਲਾ ਨੂੰ ਇੱਕ ਰਿੰਗ ਰੋਡ ਦੀ ਬਹੁਤ ਵੱਡੀ ਲੋੜ ਸੀ, ਜੋ ਮਾਸਟਰ ਪਲਾਨ ਬਣਿਆ ਹੋਇਆ ਉਹ ਪਿਛਲੇ ਲਗਭਗ 15 20 25 ਸਾਲਾਂ ਤੋਂ ਦਫ਼ਤਰਾਂ ਦੇ ਵਿੱਚ ਉਹ ਜਿਹੜਾ ਮਾਸਟਰ ਪਲਾਨ ਆ ਉਹ ਧੂੜ ਦਾ ਜਿਹੜਾ ਸ਼ਿਕਾਰ ਹੋਇਆ ਪਿਆ, ਉਹਨੂੰ ਕਿਸੇ ਨੇ ਕੱਢਿਆ ਨਹੀਂ। ਇੱਕ ਰਿੰਗ ਰੋਡ ਦੀ ਲੋੜ ਸੀ, ਬਾਈਪਾਸ ਦੀ ਲੋੜ ਸੀ, ਜਿਹੜੇ ਜ਼ਰੂਰੀ ਕੰਮ ਕਰਨ ਵਾਲੇ ਸੀ। ਹਸਪਤਾਲ ਦੇ ਵਿੱਚ ਜਿਹੜਾ ਸੀਗਾ ਉਹ ਆਧੁਨਿਕ ਬਣਾਉਣ ਦੀ ਲੋੜ ਸੀ, ਐਜੂਕੇਸ਼ਨ ਸੈਂਟਰਾਂ ਨੂੰ ਹੋਰ ਵਧੀਆ ਢੰਗ ਨਾਲ ਬਣਾਉਣ ਦੀ ਲੋੜ ਸੀ। ਮੈਂ ਸਮਝਦਾ ਕਿ ਜਿਹੜਾ ਕਿਸੇ ਨੇ ਵੀ, ਮੈਂ ਬਹੁਤਾ ਵੱਡਾ ਜਿਹੜਾ ਕੋਈ ਵਰਣਨਯੋਗ ਕੰਮ, ਜਿਹੜਾ ਦੇਖਣ ਵਾਲਾ ਕੰਮ, ਉਹ ਕਿਸੇ ਨੇ ਨਹੀਂ ਕੀਤਾ। ਕਪੂਰਥਲਾ ਉੱਦਾਂ ਦੀ ਉੱਦਾਂ ਹੀ ਜਿੱਦਾਂ ਅੱਜ ਤੋਂ 20 25 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਹੀ ਖੜਾ ਆ। ਜੇ ਗੱਲ ਕਰੀਏ, ਤੁਸੀਂ ਹੁਣ ਪਾਰਟੀ ਦੇ ਵਿੱਚ ਆ ਗਏ ਹੋ, ਇੱਕ ਪਾਰਟੀ ਬਣ ਚੁੱਕੀ ਹੈ, ਪਰ ਕੁਝ ਜਿਹੜੇ ਕਿਸਾਨ ਨੇ ਉਹ ਹਾਲੇ ਵੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਕਿ ਬੀਤੇ ਦਿਨ ਵੀ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਸਟੈਚਰੀ ਬਣਾਈ ਜਾ ਰਹੀ ਹੈ, ਉਹ ਵਿਰੋਧ ਕਰ ਰਹੇ ਨੇ। ਪਰ ਸਾਨੂੰ ਦੱਸਣਾ ਚਾਹੋਗੇ ਤੁਸੀਂ ਕਿ ਕੀ ਕਾਰਨ ਕੀ ਹੈਗਾ ਜਿਹੜੇ ਅੱਧੇ ਕਿਸਾਨ ਹਜੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਵਿਰੋਧ ਕਰ ਰਹੇ, ਹਾਲਾਂਕਿ ਕਾਨੂੰਨ ਜਿਹੜੇ ਉਹ ਵਾਪਸ ਹੋ ਚੁੱਕੇ ਨੇ? ਇਸ ਤਰ੍ਹਾਂ ਜੀ, ਇਹ ਇਕੱਲੇ ਅੱਧੇ ਕਿਸਾਨ ਨਹੀਂ, ਸਾਰੇ ਕਿਸਾਨ ਹੀ ਇਸ ਵੇਲੇ ਮੋਦੀ ਸਾਹਿਬ ਦਾ ਵਿਰੋਧ ਕਰ ਰਿਹਾ। ਸੰਯੁਕਤ ਸਮਾਜ ਮੋਰਚਾ ਵੀ ਮੋਦੀ ਸਾਹਿਬ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਿਹਾ। ਉਹਦਾ ਕਾਰਨ ਇਹੀ ਹੈ ਕਿ ਜਿਹੜੀਆਂ ਇਹ ਵਾਅਦੇ, ਕਿਉਂਕਿ ਅੰਦੋਲਨ ਦੇ ਦੌਰਾਨ ਕਈ ਵਾਰੀ ਕੋਈ ਹੋਰ ਸਮੱਸਿਆਵਾਂ ਜਾਂ ਕਈ ਗੱਲਾਂ ਵੀ ਖੜੀਆਂ ਹੋ ਜਾਂਦੀਆਂ। ਜਿਸ ਤਰ੍ਹਾਂ ਅੰਦੋਲਨ ਕਰਦਿਆਂ 750 ਤੋਂ ਵੱਧ ਲੋਕ ਜਿਹੜੇ ਉਹ ਸ਼ਹੀਦ ਹੋ ਗਏ, ਬਹੁਤ ਸਾਰੇ ਵਿਅਕਤੀਆਂ ਤੇ ਆਗੂਆਂ ਤੇ ਪਰਚੇ ਦਰਜ ਹੋ ਗਏ। ਲਖੀਮਪੁਰ ਦੀ ਘਟਨਾ ਜਿਹੜੀ ਵਾਪਰੀ ਬਹੁਤ ਦੁਖਦਾਇਕ ਘਟਨਾ ਸੀ, ਜਿਸ ਵਿੱਚ ਇੱਕ ਆਪਣੇ ਸੈਂਟਰ ਦਾ ਰਾਜ ਮੰਤਰੀ ਜਿਹੜਾ ਉਹਦਾ ਬੇਟਾ, ਜਿਹਨੇ ਗੱਡੀ ਚੜ੍ਹਾਤੀ ਅੰਦੋਲਨ ਕਰ ਰਹੇ ਲੋਕਾਂ ਤੇ 5 ਬੰਦੇ, ਜਿਨ੍ਹਾਂ ਵਿੱਚੋਂ ਇੱਕ ਪੱਤਰਕਾਰ ਵੀ ਸੀ, ਉਹਨੂੰ ਸ਼ਹੀਦ ਕਰ ਦਿੱਤਾ ਗਿਆ। ਤੇ ਉਹ ਅਜੇ ਤੱਕ ਉਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਸੀ ਉਹ ਨਹੀਂ ਕੀਤੀ ਗਈ ਉਹਦੇ ਖਿਲਾਫ। ਇਸ ਤੋਂ ਇਲਾਵਾ ਜਿਹੜੀ ਸਿੱਟ ਬਣਾਉਣੀ ਸੀਗੀ, ਆਪਣਾ ਸਿੱਟ ਕਹਿਣ ਤੋਂ 5 ਮੈਂਬਰੀ ਕਮੇਟੀ ਬਣਾਉਣੀ ਸੀ MSP ਲਈ, ਉਹ ਅਜੇ ਤੱਕ ਨਹੀਂ ਬਣਾਈ ਗਈ। ਇਹ ਸਾਰੀਆਂ ਮੰਗਾਂ ਜਿਹੜੀਆਂ ਅਧੂਰੀਆਂ ਪਈਆਂ। ਉਸ ਵਾਅਦਾ ਖਿਲਾਫੀ ਜਿਹੜੀ ਵਾਅਦਾ ਕੀਤਾ ਸੀ ਉਹਨਾਂ ਨੇ ਆਪਣੇ 8-9 ਦਸੰਬਰ ਨੂੰ ਮੋਦੀ ਸਾਹਿਬ ਤੇ ਉਹਦੇ ਅਫਸਰਾਂ ਨੂੰ ਜਿਹਨਾਂ ਨੂੰ ਭੇਜਿਆ ਸੀ, ਉਹ ਸਾਰਾ ਕੋਈ ਵੀ ਵਾਅਦਾ ਜਿਹੜਾ ਉਹ ਪੂਰਾ ਨਹੀਂ ਕੀਤਾ ਗਿਆ। ਉਹ ਜਿਹੜੀ ਵਾਅਦਾ ਖਿਲਾਫੀ ਦੇ ਉਸ ਦੇ ਖਿਲਾਫ ਜਿਹੜਾ ਆ ਉਹ ਸਾਰੇ ਕਿਸਾਨ ਹੀ ਨਹੀਂ, ਕਿਸਾਨ ਪਾਰਟੀਆਂ ਹੀ ਨਹੀਂ, ਸੰਯੁਕਤ ਸਮਾਜ ਮੋਰਚਾ ਵੀ ਉਹਦਾ ਵਿਰੋਧ ਕਰਦਾ। ਹੁਣ ਫਿਰ ਜਿਹੜੇ ਨੇ ਸਮੀਕਰਨ ਬਣ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਤੇ ਉਹਨਾਂ ਦੀ ਪਾਰਟੀ ਵੱਲੋਂ ਪੰਜਾਬ ਦੌਰੇ ਦੇ, ਮੇਬੀ 7 ਜਾਂ 8 ਤਰੀਕ ਜਾਂ 6 ਤਰੀਕ ਦੇ ਲਾਗੇ ਛਾਗੇ ਉਹਨਾਂ ਦਾ ਆਉਣਾ ਬਣ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਅਸੀਂ ਉਹਨਾਂ ਦਾ ਫਿਰ ਦੁਬਾਰਾ ਵਿਰੋਧ ਕਰਾਂਗੇ। ਕਿਸਾਨ ਜਥੇਬੰਦੀਆਂ ਅਗਰ ਵਿਰੋਧ ਕਰਦੀਆਂ, ਤੁਸੀਂ ਵਿਰੋਧ ਕਰੋਗੇ ਜਾਂ ਆਪਣਾ ਚੋਣ ਪ੍ਰਚਾਰ ਕਰੋਗੇ? ਦੇਖੋ, ਅਸੀਂ ਜਿੱਦਾਂ ਕਹਿ ਲਿਆ ਜਾਵੇ ਵੀ ਵਿਰੋਧ ਤਾਂ ਹੈਗਾ ਹੀ, ਲੇਕਿਨ ਇਸ ਤਰ੍ਹਾਂ ਦਾ ਵਿਰੋਧ ਨਹੀਂ ਵੀ ਅਸੀਂ ਕਿਸੇ ਨੂੰ ਫਿਜ਼ੀਕਲੀ ਕਿਸੇ ਤਰ੍ਹਾਂ ਵੀ ਧੱਕਾ ਮੁੱਕੀ ਕਰਾਂਗੇ ਜਾਂ ਲੜਾ ਝਗੜਾਂਗੇ, ਇਸ ਤਰ੍ਹਾਂ ਦਾ ਨਹੀਂ। ਜਿਹੜਾ ਇਲੈਕਸ਼ਨ ਦਾ ਦੌਰ ਆ, ਸਾਰਿਆਂ ਨੂੰ ਹੱਕ ਹੈ ਆਪਣੀ ਆਪਣੀ ਗੱਲ ਕਹਿਣ ਦਾ, ਲੇਕਿਨ ਉਸ ਤਰ੍ਹਾਂ ਵਿਰੋਧ ਜ਼ਰੂਰ ਹੋਏਗਾ ਕਿ ਵੀ ਇਹਨਾਂ ਨੂੰ ਆਪਣੀਆਂ ਵੋਟਾਂ ਲੈਣ ਦਾ, ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈਣ ਦਾ ਕੋਈ ਅਧਿਕਾਰ ਨਹੀਂ। ਕਿਉਂਕਿ ਐਡੀ ਵੱਡੀ ਪੋਸਟ 'ਤੇ ਬੈਠਾ ਹੋਇਆ ਵਿਅਕਤੀ, ਪ੍ਰਧਾਨ ਮੰਤਰੀ, ਸਾਡੇ ਨਾਲ ਕੋਈ ਵਾਅਦਾ ਕਰਦਾ ਅਤੇ ਉਸ ਵਾਅਦੇ ਨੂੰ ਪੂਰਾ ਨਹੀਂ ਕਰਦਾ, ਇਸ ਤੋਂ ਵੱਡੀ ਸ਼ਰਮ ਵਾਲੀ ਕੋਈ ਗੱਲ ਹੋ ਨਹੀਂ ਸਕਦੀ। ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਲੋਕ ਜਾਂ ਐਡੇ ਵੱਡੇ ਅਹੁਦਿਆਂ 'ਤੇ ਪਹੁੰਚਣ ਤੋਂ ਬਾਅਦ ਵੀ ਇਹ ਕਿਸ ਤਰ੍ਹਾਂ ਇਹ ਜੀਵਨ ਨੂੰ ਇਹਨਾਂ ਦਾ ਹੈਗਾ ਵੀ ਐਡੇ ਵੱਡੇ ਵਾਅਦੇ, ਜਦੋਂ ਕਿ ਇੱਕ ਪ੍ਰਧਾਨ ਮੰਤਰੀ ਜਿਹੜੀ ਗੱਲ ਕਹਿ ਲਵੇ ਉਹ ਬਹੁਤ ਵੱਡੀ ਗੱਲ ਹੁੰਦੀ, ਜਿਹੜਾ ਕੋਈ ਨੇ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਹੀ ਹੁੰਦਾ। ਲੇਕਿਨ ਮੋਦੀ ਸਾਹਿਬ ਨੇ ਆਪ ਵਾਅਦੇ ਕੀਤੇ ਆ, ਉਹ ਜਿਹੜੇ ਵਾਅਦੇ ਆ ਉਹ ਅਜੇ ਅਧੂਰੇ ਪਏ ਆ। ਅਤੇ ਜਿਹੜਾ ਵਿਰੋਧ ਆ ਉਹ ਸਾਡਾ ਮੈਂ ਕਹਿਣ ਤੋਂ ਭਾਵ ਵੀ ਉਸ ਤਰ੍ਹਾਂ ਵਿਰੋਧ ਕਰਾਂਗੇ, ਫਿਜ਼ੀਕਲੀ ਜਿੱਦਾਂ ਸਾਡਾ ਕੋਈ ਉਹਦਾ ਨਹੀਂ ਬਣਦਾ ਵਿਰੋਧ ਕਰਨਾ। ਕਿਸਾਨ ਪਾਰਟੀ ਵੱਲੋਂ, ਤੁਸੀਂ ਕਿਸਾਨ ਮੋਰਚੇ ਵੱਲੋਂ ਚੋਣ ਲੜ ਰਹੇ ਹੋ, ਕਿਸਾਨਾਂ ਦੀ ਗੱਲ ਤਾਂ ਤੁਸੀਂ ਸਮਝਦੇ ਹੋ, ਪਰ ਆਮ ਲੋਕਾਂ ਦੇ ਕਿਹੜੇ ਮੁੱਦਿਆਂ 'ਤੇ ਤੁਸੀਂ ਚੋਣ ਲੜ ਰਹੇ ਹੋ? ਦੇਖੋ, ਸਮੱਸਿਆ ਹੈ ਹੀ ਬਹੁਤ ਆ। ਪੰਜਾਬ ਦਾ ਹਰ ਪਾਸੋਂ ਬੇੜਾ ਗਰਕ ਹੋ ਰਿਹਾ। ਪੰਜਾਬ ਦਾ ਸਭ ਤੋਂ ਵੱਡਾ ਪਾਣੀ ਖਰਾਬ ਹੋ ਗਿਆ, ਉਹਦੇ ਵੱਲ ਕਿਸੇ ਦਾ ਧਿਆਨ ਨਹੀਂ। ਪੰਜਾਬ ਦੀ ਜਵਾਨੀ ਜਿਹੜੀ ਉਹ ਨਸ਼ਿਆਂ 'ਚ ਗ੍ਰਸਤ ਆ, ਉਹਨੂੰ ਰੋਕਣ ਦਾ ਕੋਈ ਹੱਲ ਹੀ ਨਹੀਂ, ਕਿਸੇ ਕੋਲ ਕੋਈ ਪ੍ਰੋਗਰਾਮ ਹੀ ਕੋਈ ਨਹੀਂ ਹੈਗਾ। ਬੇਰੁਜ਼ਗਾਰੀ ਸਿਖਰਾਂ 'ਤੇ ਆ,
ਉਹਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇੰਡਸਟਰੀ ਸਮਾਲ ਸਕੇਲ ਇੰਡਸਟਰੀ ਤਬਾਹ ਹੋ ਗਈ ਹੈ, ਜਿਹਦੀ ਲੋੜ ਸੀ ਵੀ ਨੌਜਵਾਨ ਉਹਨਾਂ ਵਿੱਚ ਕਾਰਖਾਨਿਆਂ 'ਚ ਕੰਮ ਕਰਕੇ ਛੋਟੇ ਮੋਟੇ ਕੋਈ ਰੁਜ਼ਗਾਰ ਕਰ ਸਕਦੇ। ਇਸ ਤੋਂ ਇਲਾਵਾ ਸਿਹਤ ਸੁਵਿਧਾਵਾਂ ਦਾ ਤਾਂ ਉਸ ਤਰ੍ਹਾਂ ਹੀ ਕੰਮ ਖਤਮ ਹੋ ਗਿਆ ਵੀ ਗਰੀਬ ਆਦਮੀ ਸੋਚ ਹੀ ਨਹੀਂ ਸਕਦਾ ਕਿ ਮੈਂ ਚੰਗਾ ਇਲਾਜ ਜਿਹੜਾ ਉਹ ਕਰਵਾ ਸਕਾਂ, ਕਿਉਂਕਿ ਇਲਾਜ ਸਰਕਾਰੀ ਤੌਰ 'ਤੇ ਕੋਈ ਪੰਜਾਬ 'ਚ ਇਸ ਤਰ੍ਹਾਂ ਦਾ ਕੋਈ ਹੈ ਨਹੀਂ, ਅਤੇ ਪ੍ਰਾਈਵੇਟ ਤੌਰ 'ਤੇ ਜਿਹੜਾ ਨਿੱਜੀਕਰਨ ਵਾਲੇ ਹਸਪਤਾਲ ਆ ਉਹਨਾਂ ਦਾ ਇਲਾਜ ਇੰਨਾ ਮਹਿੰਗਾ, ਗਰੀਬ ਆਦਮੀ ਦਾ ਕੀ ਚੰਗਾ ਭਲਾ ਮਿਡਲ ਕਲਾਸ ਵੀ ਉਸ ਹਸਪਤਾਲ 'ਚ ਜਾਣ ਲੱਗਾ ਡਰਦਾ ਕਿ ਉੱਥੇ ਇੰਨਾ ਜ਼ਿਆਦਾ ਖਰਚਾ ਹੈ, ਮੈਂ ਉਹ ਕਰਵਾ ਨਹੀਂ ਸਕਦਾ। ਬਹੁਤ ਵੱਡੀਆਂ ਸਮੱਸਿਆਵਾਂ 'ਚ ਘਿਰ ਗਿਆ ਪੰਜਾਬ, ਅਤੇ ਪੰਜਾਬ ਨੂੰ ਸਮੱਸਿਆਵਾਂ 'ਚ ਘਿਰਨ ਦਾ ਇੱਕ ਵੱਡਾ ਕਾਰਨ ਇੱਕ ਇਹ ਵੀ ਹੋਇਆ ਕਿ ਜਿੰਨੀਆਂ ਸਿਆਸੀਆਂ ਪਾਰਟੀਆਂ ਦੂਜੀਆਂ ਸੰਯੁਕਤ ਸਮਾਜ ਮੋਰਚੇ ਤੋਂ ਇਲਾਵਾ ਇਲੈਕਸ਼ਨ ਲੜ ਰਹੀਆਂ, ਉਹ ਸਾਰੀਆਂ ਹੀ ਕਿਸੇ ਨਾ ਕਿਸੇ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀਆਂ। ਅਤੇ ਇੱਕ ਕੋਈ ਵੀ ਪਾਰਟੀ ਇਸ ਤਰ੍ਹਾਂ ਦੀ ਨਹੀਂ ਹੈਗੀ ਜਿਹੜੀ ਲੋਕਾਂ ਦੀ ਗੱਲ ਕਰਨ ਵਾਲੀ ਹੋਵੇ, ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਉਹਨਾਂ ਦੇ ਮਨ ਦੀ ਕੋਈ ਇੱਛਾ ਹੋਵੇ। ਉਹ ਸਾਰੇ ਹੀ ਲੋਕ ਜਿਹੜੇ ਆ ਉਹ ਇੱਕ ਵਪਾਰੀਕਰਨ ਉਹਨਾਂ ਨੇ ਸਿਆਸਤ ਨੂੰ ਬਣਾ ਲਿਆ, ਸੇਵਾ ਕਰਨ ਵਾਲਾ ਧਿਆਨ ਉਹਨਾਂ ਦਾ ਕਿਸੇ 'ਤੇ ਨਹੀਂ। ਅਸੀਂ ਇਹ ਮਿਸ਼ਨ ਲੈ ਕੇ ਚੱਲੇ ਹਾਂ ਕਿ ਸੰਯੁਕਤ ਸਮਾਜ ਮੋਰਚਾ ਇੱਕ ਸੁਪਨਾ ਲੈ ਕੇ ਚੱਲਿਆ ਕਿ ਅਸੀਂ ਇੱਕ ਅਜਿਹਾ ਸਮਾਜ ਸਿਰਜੀਏ, ਅਜਿਹੀ ਸਿਆਸਤ ਸਿਰਜੀਏ, ਲੋਕ ਭਰੋਸਾ ਕਰ ਸਕਣ ਕਿ ਜਿਹੜੇ ਸਾਡੇ ਨੁਮਾਇੰਦੇ ਚੁਣੇ ਆ ਸਾਨੂੰ ਜਦੋਂ ਵੀ ਕਿਤੇ ਮੁਸ਼ਕਲ ਆਈ ਉਸ ਮੁਸ਼ਕਲ ਨੂੰ ਹੱਲ ਕਰਨ ਦੇ ਵਿੱਚ ਉਹ ਸਾਡੀ ਸਹਾਇਤਾ ਕਰਨਗੇ। ਇਹੀ ਸਾਡਾ ਮਿਸ਼ਨ ਆ, ਇਹੀ ਸਾਡਾ ਸੁਪਨਾ। ਲੰਮਾ ਸਮਾਂ ਹੋ ਗਿਆ ਕਪੂਰਥਲਾ ਕਾਂਗਰਸ ਦਾ ਗੜ੍ਹ ਬਣਿਆ ਹੋਇਆ ਹੈ, ਤੁਹਾਡੇ ਵੱਲੋਂ ਕਿਹੜੇ ਇਹੋ ਜਿਹੇ ਪ੍ਰਜੋਰ ਕਦਮ ਚੁੱਕੇ ਜਾਣਗੇ ਕਾਂਗਰਸ ਦੀਆਂ ਜੜ੍ਹਾਂ ਹਿਲਾਉਣ ਲਈ ਕਪੂਰਥਲਾ ਦੇ ਵਿੱਚੋਂ? ਦੇਖੋ ਗੱਲ ਇੱਦਾਂ ਜੀ, ਲੰਮਾ ਸਮਾਂ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ, ਜੇ ਤਾਂ ਜਿਹੜੇ ਬੰਦੇ ਨੂੰ ਤੁਸੀਂ ਚੁਣਿਆ ਜੇ ਉਹਨੇ ਕਪੂਰਥਲੇ ਦਾ ਕੋਈ ਮਸਲਾ ਹੱਲ ਕਰਤਾ ਅਤੇ ਜਾਂ ਕੋਈ ਉਹਨੇ ਕੋਈ ਵਿਕਾਸ ਵੱਡਾ ਕਰ ਦਿੱਤਾ ਤਾਂ ਫਿਰ ਤੁਸੀਂ ਉਹਨੂੰ ਚੁਣ ਲਓ। ਅਤੇ ਜੇ ਤੁਸੀਂ ਸਮਝਦੇ ਹੋ ਕਿ ਉਹਨੇ ਸਿਰਫ ਸਾਡੀਆਂ ਵੋਟਾਂ ਲੈ ਕੇ ਆਪਣਾ ਵਪਾਰ ਕੀਤਾ, ਆਪਣਾ ਕਾਰੋਬਾਰ ਕੀਤਾ, ਅਤੇ ਸਾਨੂੰ ਸਿਰਫ ਝੂਠੇ ਪਰਚੇ ਦਰਜ ਕਰਾ ਕੇ, ਸਾਨੂੰ ਆਪਸ 'ਚ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਕੇ, ਜਾਂ ਜਿਹੜੇ ਧੜੇਬੰਦੀਆਂ ਖੜੀਆਂ ਕਰਕੇ ਲੋਕਾਂ ਨੂੰ ਵੰਡ ਕੇ ਸਿਰਫ ਵੋਟਾਂ ਲਈਆਂ ਅਤੇ ਲੋਕਾਂ ਦੀ ਵਰਤੋਂ ਕੀਤੀ ਆ, ਅਤੇ ਮੈਂ ਸਮਝਦਾ ਕਿ ਲੋਕਾਂ ਨੂੰ ਪਿੱਛੇ ਮੁੜਨਾ ਚਾਹੀਦਾ। ਨਹੀਂ ਤਾਂ ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਤੁਹਾਨੂੰ ਇਸ ਗੱਲ ਲਈ ਲਾਹਮੇ ਦੇਣ ਜਾਂ ਤੁਹਾਡੇ ਖਿਲਾਫ ਇਹ ਗੱਲ ਕਹਿਣ ਵੀ ਤੁਸੀਂ ਲੋਕਾਂ ਨੇ ਕਿਹੜੇ ਵਿਅਕਤੀ ਨੂੰ ਇੰਨੇ ਸਾਲ ਚੁਣੀ ਰੱਖਿਆ ਜਿਹਨੇ ਕਪੂਰਥਲੇ ਦਾ ਕੋਈ ਵੀ ਵਿਕਾਸ ਨਹੀਂ ਕੀਤਾ। ਕੀ ਤੁਹਾਡੇ ਅੰਦਰ ਕੋਈ ਜ਼ਮੀਰ ਨਹੀਂ ਸੀ, ਤੁਹਾਡੇ ਅੰਦਰ ਕੋਈ ਸੋਚ ਨਹੀਂ ਸੀ ਚੰਗੀ ਕਿ ਤੁਸੀਂ ਇੱਕ ਜਾਨਵਰਾਂ ਵਾਂਗ ਇੱਕ ਵਿਅਕਤੀ ਨੂੰ ਹੀ ਚੁਣੀ ਗਏ ਅਤੇ ਤੁਸੀਂ ਸਮਾਜ ਨੂੰ ਸੁਧਾਰਨ ਵਾਲੇ ਕਿਸੇ ਵਿਅਕਤੀ ਨੂੰ ਨਹੀਂ ਚੁਣ ਸਕੇ। ਇੱਕ ਤੁਹਾਨੂੰ ਆਉਣ ਵਾਲੀਆਂ ਨਸਲਾਂ ਨੂੰ ਇਹ ਜਿਹੜਾ ਜਵਾਬ ਦੇਣਾ ਪਊਗਾ। ਮੈਂ ਸਮਝਦਾ ਕਿ ਤੁਹਾਡੇ ਕੋਲ ਇੱਕ ਮੌਕਾ, ਇੱਕ ਨਵਾਂ ਸਮਾਜ ਸਿਰਜਣ ਦਾ, ਨਵੇਂ ਸਿਸਟਮ ਨੂੰ ਬਣਾਉਣ ਦਾ। ਜੇ ਤੁਸੀਂ ਇਹ ਮੌਕਾ ਗਵਾ ਲਿਆ ਤਾਂ 5 ਸਾਲ ਬਹੁਤ ਦੂਰ ਹੁੰਦੇ ਆ, 5 ਸਾਲਾਂ ਬਾਅਦ ਕਿਹੜੇ ਰਾਜੇ ਨੇ ਕਦੋਂ ਆਉਣਾ, ਫਿਰ ਤੁਹਾਨੂੰ ਪਛਤਾਉਣਾ ਪਊਗਾ। ਮੈਂ ਸਮਝਦਾ ਕਿ ਵਾਪਸ ਮੁੜੋ, ਇਹਨਾਂ ਲੋਕਾਂ ਨੂੰ ਭਜਾਓ ਅਤੇ ਚੰਗੇ ਸਮਾਜ ਨੂੰ ਸਿਰਜਣ ਲਈ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਨੂੰ ਹੀ ਜਿਤਾਓ। ਜਿਸ ਤਰ੍ਹਾਂ ਕਿ ਮੈਂ ਕਪੂਰਥਲੇ ਤੋਂ ਇਹ ਆਸ ਲੈ ਕੇ ਚੱਲਿਆ ਕਿ ਲੋਕ ਮੈਨੂੰ ਬਹੁਤ ਵੱਡਾ ਸਹਿਯੋਗ ਦੇ ਵੀ ਰਹੇ ਨੇ, ਅਤੇ ਬੇਨਤੀ ਵੀ ਕਰਦਾ, ਅਪੀਲ ਵੀ ਕਰਦਾ ਕਿ ਮੈਨੂੰ ਇਸ ਚੋਣ ਨੂੰ ਜਿੱਤਣ ਵਿੱਚ ਸਹਿਯੋਗ ਦਿੱਤਾ ਜਾਵੇ। ਸੋ ਦੋਸਤੋ, ਇਹ ਸਨ ਸਾਡੇ ਨਾਲ ਸੰਯੁਕਤ ਸਮਾਜ ਮੋਰਚੇ ਤੋਂ ਰਾਜੇਵਾਲ ਧੜੇ ਤੋਂ ਜਿਹੜੇ ਨੇ ਕੁਲਵੰਤ ਸਿੰਘ ਜੋਸ਼ਨ ਜੀ, ਜੋ ਕਪੂਰਥਲਾ ਤੋਂ ਉਮੀਦਵਾਰ ਨੇ। ਤੋ ਇਸ ਦੇ ਨਾਲ ਹੀ ਮੈਂ ਵਰਿੰਦਰ, ਕੈਮਰਾਮੈਨ ਰਾਹੁਲ ਦੇ ਨਾਲ, ਕਪੂਰਥਲਾ ਨਿਊਜ਼। ਸੱਚ।